Now, बच्चे सत श्री अकाल टू ऑल ऑफ यू। बच्चे प्लस टू क्लास सब्जेक्ट केमिस्ट्री और चैप्टर सोल्यूशन ਇਹਦਾ बच्चे फोर्थ लैक्चर है। लास्ट बच्चे लैक्चर मैं ਤੁਹਾਨੂੰ एक गल दसती सी कि सोल्यूशन ਨੂੰ ਅਸੀਂ ਉਹਦੀ ਜਿਹੜੀ ਕੰਸੈਂਟ੍ਰੇਸ਼ਨ ਹੈ ਕਿਸ ਤਰ੍ਹਾਂ ਐਕਸਪ੍ਰੈਸ ਕਰਦੇ ਹਾਂ ਔਰ ਉਹਨੂੰ ਐਕਸਪ੍ਰੈਸ ਕਰਨ ਦੇ ਸਾਡੇ ਕੋਲ ਕਿੰਨੇ ਤਰੀਕੇ ਹੈ। ਅਸੀਂ ਬੱਚੇ ਪਹਿਲਾ ਤਰੀਕਾ ਸ਼ੁਰੂ ਕਰਤਾ ਸੀਗਾ ਸਟਰੈਂਥ ਆਫ ਸੋਲੂਸ਼ਨ। ਸਟਰੈਂਥ ਆਫ ਸੋਲੂਸ਼ਨ ਬੱਚੇ ਨਿਊਮੈਰੀਕਲ ਸ਼ੁਰੂ ਹੋ ਗਏ ਸੀਗੇ ਔਰ ਮੈਂ ਫਿਰ ਤੁਹਾਨੂੰ ਬੱਚੇ ਗੱਲ ਦੱਸੀ ਕਿ ਸੋਲੂਸ਼ਨ ਦੀ ਸਟਰੈਂਥ ਲੱਭਣ ਲਈ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਇੱਕ ਸੋਲਿਊਟ ਦੀ ਅਮਾਊਂਟ ਇਨ ਗ੍ਰਾਮ ਔਰ ਇੱਕ ਸੋਲੂਸ਼ਨ ਦਾ ਵੋਲਿਊਮ ਇਨ ਲੀਟਰਸ। ਮੋਸਟਲੀ ਬੱਚੇ ਜਿਹੜੀ ਸੋਲਿਊਟ ਦੀ ਅਮਾਊਂਟ ਹੈ ਉਹ ਸਾਨੂੰ ਗ੍ਰਾਮ 'ਚ ਦਿੱਤੀ ਹੁੰਦੀ ਹੈ ਤੇ ਹੁਣ ਤੁਸੀਂ ਐਸੇ ਲਿਖੋਗੇ, ਪਰ ਬੱਚੇ ਜਿਹੜਾ ਸੋਲੂਸ਼ਨ ਦਾ ਵੋਲਿਊਮ ਹੈ ਉਹਨੂੰ ਦੇਣ ਦੇ ਦੋ ਤਿੰਨ ਤਰੀਕੇ ਹੁੰਦੇ ਸੀਗੇ। ਜਾਂ ਸੋਲੂਸ਼ਨ ਦਾ ਵੋਲਿਊਮ ਲੀਟਰ 'ਚ ਹੁੰਦਾ, ਜਾਂ ਮਿਲੀਲੀਟਰ ਤੁਹਾਨੂੰ ਦਿੱਤਾ ਜਾਏਗਾ, ਜਾਂ ਤੁਹਾਨੂੰ ਸੈਂਟੀਮੀਟਰ ਕਿਊਬ ਦਿੱਤਾ ਜਾਏਗਾ। ਅਗਰ ਬੱਚੇ ਲੀਟਰ ਦਿੱਤਾ ਇਟਸ ਓਕੇ, ਪਰ ਅਗਰ ਮਿਲੀਲੀਟਰ ਜਾਂ ਸੈਂਟੀਮੀਟਰ ਕਿਊਬ ਦਿੱਤਾ ਤਾਂ ਪਹਿਲਾਂ ਤੁਸੀਂ ਉਹਨੂੰ ਕਨਵਰਟ ਕਰੋਗੇ ਲੀਟਰਸ 'ਚ। ਇਹ ਗੱਲਾਂ ਬੱਚੇ ਮੈਂ ਤੁਹਾਨੂੰ ਦੱਸਦੀਆਂ ਕਿਸ ਤਰ੍ਹਾਂ ਤੁਸੀਂ ਮਿਲੀਲੀਟਰ ਦਾ ਸੈਂਟੀਮੀਟਰ ਕਿਊਬ ਨੂੰ ਪਹਿਲੇ ਲੀਟਰ 'ਚ ਲੈ ਕੇ ਆਉਣਾ ਔਰ ਫਿਰ ਅਸੀਂ ਇਹਨੂੰ ਨਿਊਮੈਰੀਕਲ ਸੋਲਵ ਕਰਨਾ। ਹੁਣ ਬੱਚੇ ਜਿਹੜਾ ਅਸੀਂ ਇਸ ਤੋਂ ਅੱਗੇ ਚੱਲਣਾ ਸੀ ਸਟਰੈਂਥ ਆਫ ਸੋਲੂਸ਼ਨ ਦੇ ਨਿਊਮੈਰੀਕਲਸ ਅੱਗੇ ਕੰਟੀਨਿਊ ਕਰਨਾ। ਇਹ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਕਿ ਸੋਲਿਊਟ ਦੀ ਅਮਾਊਂਟ ਜਿਹੜੀ ਹੈਗੀ ਆ ਨੋ ਡਾਊਟ ਗ੍ਰਾਮ 'ਚ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ, ਪਰ ਜ਼ਰੂਰੀ ਨਹੀਂ ਹੈ ਬੱਚੇ ਕਿ ਸੋਲਿਊਟ ਦੀ ਅਮਾਊਂਟ ਤੁਹਾਨੂੰ ਗ੍ਰਾਮ 'ਚ ਦਿੱਤੀ ਜਾਵੇ। ਇਹਦੇ ਵਿੱਚ ਅਮਾਊਂਟ ਦੇਣ ਦਾ ਇੱਕ ਹੋਰ ਤਰੀਕਾ ਹੁੰਦਾ ਦੈਟ ਇਜ਼ ਇਨ ਮੋਲਸ। ਔਰ ਅਗਰ ਬੱਚੇ ਸੋਲਿਊਟ ਦੀ ਅਮਾਊਂਟ ਮੋਲਸ ਵਿੱਚ ਦਿੱਤੀ ਹੈ ਤੇ ਪਹਿਲਾਂ ਤੁਸੀਂ ਇਹਨੂੰ ਗ੍ਰਾਮ 'ਚ ਕੀ ਹੈ ਕਨਵਰਟ ਕਰੋਗੇ। ਸੋ ਹੁਣ ਇਹ ਬੱਚੇ ਇੱਕ ਦੋ ਨਿਊਮੈਰੀਕਲ ਇਹਦੇ ਕਰਾਂਗੇ ਕਿ ਅਗਰ ਸੋਲਿਊਟ ਦੀ ਅਮਾਊਂਟ ਗ੍ਰਾਮ 'ਚ ਨਾਲ ਦਿੱਤੀ ਜਾਵੇ, ਮੋਲਸ ਵਿੱਚ ਦਿੱਤੀ ਜਾਵੇ ਤੇ ਫਿਰ ਅਸੀਂ ਕਿਸ ਤਰ੍ਹਾਂ ਕਰਾਂਗੇ। ਸੋ ਲੈਟਸ ਸੀ ਬੱਚੇ क्वेश्चन ਦੀ ਫਾਰਮ 'ਚ ਅਸੀਂ ਕਰਦੇ ਹਾਂ। 5 ਕੁਐਸਚਨ ਬੱਚੇ ਹੋ ਗਏ ਸੀਗੇ, ਨਾउ 6 ਕੁਐਸਚਨ ਔਰ ਇਹ ਬੱਚੇ ਦੀ ਸੋਲੂਸ਼ਨ ਦੀ 4th ਲੈਕਚਰ ਹੈ। ਸੋ ਧਿਆਨ ਨਾਲ ਬੱਚੇ ਅੱਗੇ ਗੱਲ ਸੁਣੋ। Ten moles of NaOH is present in 200 centimeter cube of solution. Find its strength. लो जी, ये सारा बच्चे मेडिकल है। ਹੁਣ ਬੱਚੇ ਦੇਖੋ ਸੋਲੂਸ਼ਨ ਦਾ ਵੋਲਿਊਮ ਸੈਂਟੀਮੀਟਰ ਕਿਊਬ 'ਚ, ਇਹਦੀ ਕੋਈ ਗੱਲ ਨਹੀਂ ਹੈ, ਤੁਹਾਨੂੰ ਲੀਟਰ 'ਚ ਕਨਵਰਟ ਕਰਨਾ ਆਉਂਦਾ, ਸੋ ਇਹ ਕੋਈ ਸਾਡੇ ਵਾਸਤੇ ਔਖੀ ਗੱਲ ਨਹੀਂ ਹੈ। ਪਰ ਬੱਚੇ ਜਿਹੜਾ ਅਮਾਊਂਟ ਹੈ ਇਹਨੂੰ ਸਾਨੂੰ ਦਿੱਤੀ ਹੈ ਉਹ ਸਾਨੂੰ ਮੋਲਸ ਵਿੱਚ ਦਿੱਤੀ ਹੈ। ਸੋ ਪਹਿਲਾਂ ਅਸੀਂ ਇਹਨੂੰ ਕੀ ਹੈ ਗ੍ਰਾਮ 'ਚ ਕਨਵਰਟ ਕਰਾਂਗੇ। ਹੁਣ ਗ੍ਰਾਮ 'ਚ ਕਨਵਰਟ ਕਰਨ ਲਈ ਬੱਚੇ ਸਾਨੂੰ ਮੋਲਸ ਔਰ ਗ੍ਰਾਮ ਦਾ ਕੀ ਹੈ ਰਿਲੇਸ਼ਨ ਪਤਾ ਹੋਣਾ ਚਾਹੀਦਾ। ਔਰ ਦਾ ਰਿਲੇਸ਼ਨ ਕੀ ਹੈ ਲੈਟਸ ਸੀ। नंबर ऑफ मोल्स किसी भी चीज अगर तुम लभने नंबर ऑफ मोल्स ऑफ एनी सब्सटेंस, कोई मॉलिक्यूल कोई चीज अगर तुम नंबर मोल्स लभने तो ਉਹਦਾ ਕੀ ਫਾਰਮੂਲਾ ਵਿੱਚ ਉਹਦਾ weight of substance, ਉਸ ਸਬਸਟੈਂਸ ਦਾ weight ਕਿੰਨਾ in gram and डिवाइड करਦਾ ਉਸ ਸਬਸਟੈਂਸ ਦੇ molecular weight of that substance। एकदम अच्छे फॉर्मूला याद रखो। नंबर ऑफ मोल्स लभने दैट इज वेट ऑफ सब्सटेंस इन ग्राम ओवर मॉलिक्यूलर वेट। देखो बच्चे हुण बच्चे नंबर ऑफ मोल्स ਅਸੀਂ ਕਿਹਦੇ ਲੱਭਣੇ NH ਦੇ। ਹੁਣ ਅਗਰ ਬੱਚੇ ਨੰਬਰ ऑफ मोल्स NH ਦੇ ਲੱਭਣੇ ਤੇ ਇਹਦਾ weight ਪਤਾ ਹੋਣਾ ਚਾਹੀਦਾ ਤੇ ਇਹਦਾ ਮੋਲਕੂਲਰ weight ਪਤਾ ਹੋਣਾ ਚਾਹੀਦਾ। ਤੇ ਜੇ ਸਾਨੂੰ weight ਚਾਹੀਦਾ ਤੇ ਨੰਬਰ ਮੋਲਸ ਪਤਾ ਹੋਣਾ ਚਾਹੀਦਾ ਤੇ ਮੋਲਕੂਲਰ weight ਪਤਾ ਹੋਣਾ ਚਾਹੀਦਾ। ਸੋ ਇੱਥੇ ਸਾਨੂੰ ਮੋਲਸ ਪਤਾ ਮੀਨਸ ਇਹ ਚੀਜ਼ ਪਤਾ ਤੇ ਮੋਲਕੂਲਰ weight ਅਸੀਂ ਲੱਭ ਲਾਂਗੇ, ਉਹ ਸਾਨੂੰ ਲੱਭਣਾ ਆਉਂਦਾ ਅਸੀਂ weight ਲੱਭ ਲਾਂਗੇ। ਸੋ ਕਿਸ ਤਰ੍ਹਾਂ ਬੱਚੇ ਦੇਖੋ ਪਹਿਲਾਂ ਬੱਚੇ ਅਸੀਂ ਮੋਲਕੂਲਰ weight ਲਿਖਣਾ, ਮੋਲਕੂਲਰ weight ਆਫ NaOH। ਮੋਲਕੂਲਰ weight ਬੱਚੇ ਕਿਸੇ ਵੀ ਮੋਲਕੂਲ ਦਾ ਅਗਰ ਲੱਭਣਾ ਮੋਲਕੂਲਰ weight ਨਾ ਤੇ ਬੱਚੇ ਪਤਾ ਲੱਗਦਾ weight ਆਫ ਵਨ ਮੋਲੀਕੂਲ, ਮੋਲੀਕੂਲਰ weight ਆਫ ਵਨ ਮੋਲੀਕੂਲ, ਇੱਕ ਮੋਲੀਕੂਲ ਦਾ weight in AMU। ਮੋਲੀਕੂਲਰ weight ਔਰ ਐਟੋਮਿਕ weight ਹੈ ਬੱਚੇ AMU 'ਚ ਹੁੰਦੇ, ਅਸੀਂ ਪਲੱਸ 1 'ਚ ਪੜ੍ਹਿਆ। ਹੁਣ ਬੱਚੇ ਤੁਸੀਂ ਇਹਦਾ ਪੂਰਾ ਦਾ ਮੋਲੀਕੂਲਰ weight ਲੱਭਣਾ, ਤੁਸੀਂ ਕਰੋ ਇਹਦੇ ਵਿੱਚ ਜਿਹੜੇ ਐਟਮਸ ਆ ਉਹਨਾਂ ਦਾ ਵੱਖਰਾ ਵੱਖਰਾ weight ਕੀ ਹੈ ਪਲੱਸ ਕਰ। ਇਹਦੇ ਵਿੱਚ ਐਟਮ ਕਿਹੜੇ, ਇੱਕ ਸੋਡੀਅਮ, ਆਕਸੀਜਨ ਹੈ, हाइड्रोजन।
ਸੋ ਇਹ ਬਚੇ ਨੇ ਤਿੰਨ ਐਟਮਸ ਆ, ਇਹਨਾਂ ਦਾ ਐਟੋਮਿਕ weight, ਹਰ ਇੱਕ ਐਟਮ ਦਾ ਕੋਈ ਨਾ ਕੋਈ ਐਟੋਮਿਕ weight ਹੁੰਦਾ, ਉਹਨੂੰ ਪਲੱਸ ਕਰੋ ਉਹ ਸਾਡਾ ਪੂਰਾ ਮੋਲਰ weight ਆ ਜਾਏ। ਹੁਣ ਬੱਚੇ ਐਟੋਮਿਕ weight ਸਾਨੂੰ ਜਾਂ ਤਾਂ ਮੋਸਟਲੀ ਪਤਾ ਹੁੰਦੇ ਆ, ਪਰ ਫਿਰ ਬੱਚੇ ਐਜ਼ ਏ ਸਟੂਡੈਂਟ ਤੁਸੀਂ ਇਹ ਕਰੋ, ਕੱਲ੍ਹ ਵੀ ਬੱਚੇ ਮੈਂ ਤੁਹਾਨੂੰ ਗੱਲ ਦੱਸੀ ਸੀ, ਆਪਣੀ ਨੋਟਬੁੱਕ ਦੇ ਲਾਸਟ ਪੇਜ ਤੇ ਤੁਸੀਂ ਉੱਤੇ ਲਿਖਣਾ ਸਮ ਇੰਪੋਰਟੈਂਟ ਕੰਪਾਊਂਡਸ, ਔਰ ਕੰਪਾਊਂਡਸ ਲਿਖੇ ਨਾਲ ਨਾਲ, ਜਿਵੇਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਾਇਆ ਗਲੂਕੋਜ਼, ਤੁਸੀਂ ਗਲੂਕੋਜ਼ ਲਿਖੋ, ਨਾਲ ਉਹਦਾ ਮੋਲਕੂਲਰ ਫਾਰਮੂਲਾ ਲਿਖ ਲਓ C6H12O6। ਇਸ ਤਰ੍ਹਾਂ ਬੱਚੇ ਸਾਰੇ ਜਿਹੜੇ ਕੰਪਾਊਂਡ ਆ ਜਿਹਨੂੰ ਅਸੀਂ ਮੇਨ ਯੂਜ਼ ਕਰਨਾ ਉਹ ਤੁਸੀਂ ਇੱਕ ਥਾਂ ਤੇ ਤੁਸੀਂ ਲਿਖ ਲਓ। ਇਸੇ ਬੱਚੇ ਜਿਹੜੇ ਐਟਮ ਦੇ ਐਟੋਮਿਕ weight ਹੈ, ਇਹ ਬੱਚੇ ਵਿਦ ਪ੍ਰੈਕਟਿਸ ਹੈ, ਵਿਦ ਪ੍ਰੈਕਟਿਸ ਕਰੀ ਜਾਓਗੇ ਤੁਹਾਨੂੰ ਸਮਝ ਲੱਗ ਜਾਣਗੇ। ਅਦਰ ਬੱਚੇ ਕਿਸੇ ਵੀ ਐਟਮ ਦਾ ਐਟੋਮਿਕ weight ਹੁੰਦਾ ਉਹ ਉਸ ਐਟਮ ਦੇ ਐਟੋਮਿਕ ਨੰਬਰ ਤੋਂ ਆਲਮੋਸਟ ਡਬਲ ਹੁੰਦਾ। ਸੋ ਜਿਵੇਂ ਹੁਣ ਆਲਮੋਸਟ ਡਬਲ ਹੁੰਦਾ, ਜਿਵੇਂ ਸੋਡੀਅਮ ਹੈ, ਸੋਡੀਅਮ ਦਾ ਐਟੋਮਿਕ ਨੰਬਰ 11, 11 ਦਾ ਡਬਲ ਕਰੋ 22, ਇਹਦਾ ਐਟੋਮਿਕ weight ਕਿੰਨਾ ਹੁੰਦਾ 23, ਆਲਮੋਸਟ ਡਬਲ। ਆਕਸੀਜਨ ਇਹਦਾ ਐਟੋਮਿਕ ਨੰਬਰ 8, 8 ਦਾ ਡਬਲ 16। ਹਾਈਡਰੋਜਨ 1, ਇਹ 1 ਨਹੀਂ ਹੁੰਦਾ, ਕਿੰਨਾ ਆ ਗਿਆ ਬੱਚੇ ਇਸ 40 EM। ਸੋ ਤੁਸੀਂ ਬੱਚੇ ਫਿਰ ਮੈਂ ਤੁਹਾਨੂੰ ਕਹਾਂਗਾ ਆਪਣੀ ਨੋਟਬੁੱਕ ਦੇ ਲਾਸਟ ਪੇਜ ਤੇ ਤੁਸੀਂ ਇੰਪੋਰਟੈਂਟ ਕੰਪਾਊਂਡਸ ਲਿਖਿਆ, ਉਸ ਤੋਂ ਪਿਛਲੇ ਪੇਜ ਤੇ ਤੁਸੀਂ ਕੀ ਹੈ ਉੱਤੇ ਲਿਖੋ ਐਟੋਮਿਕ weight ਆਫ ਐਟਮਸ, ਇਸ ਐਟੋਮਿਕ weight ਆਫ ਐਟਮਸ। ਉੱਥੇ ਬੱਚੇ ਲਿਖਣਾ ਸ਼ੁਰੂ ਕਰ ਦਿਓ, ਪਰ ਬੱਚੇ ਬਾਰ-ਬਾਰ ਨਹੀਂ ਪਤਾ ਲੱਗਣਾ, ਮੈਂ ਜੋ ਤੁਸੀਂ ਅੱਗੇ ਮੈਡੀਕਲ ਕਰੀ ਜਾਓਗੇ ਉੱਥੇ ਬਾਰ-ਬਾਰ ਟਰਮਸ ਆਈ ਜਾਣਗੀਆਂ, ਮੈਂ ਬਾਰ-ਬਾਰ ਨਹੀਂ ਲਿਖਾਂਗਾ। ਸੋ ਜਿਵੇਂ ਪਹਿਲਾਂ ਤੁਸੀਂ ਲਿਖਿਆ ਸੋਡੀਅਮ 23, ਹਾਈਡਰੋਜਨ 1, ਆਕਸੀਜਨ 16। ਕਈ ਵਾਰ ਬੱਚੇ ਇਸ ਤਰ੍ਹਾਂ ਹੁੰਦਾ ਕਿ ਮੈਂ ਤੁਹਾਨੂੰ ਸਾਰੇ ਐਟੋਮਿਕ weight ਇਕੱਠੇ ਲਿਖਾ ਤੇ ਤੁਸੀਂ ਇਹਨੂੰ ਲਰਨ ਕਰੋ, ਉਹ ਇੰਨਾ ਵਧੀਆ ਤਰੀਕਾ ਨਹੀਂ। ਜਿਹੜਾ ਮੈਡੀਕਲ ਨਾਮ ਨਾਲ ਲਾਈ ਜਾਏਗਾ ਨਾਲ ਮੈਂ ਤੁਹਾਨੂੰ ਐਟੋਮਿਕ weight ਦੱਸੀ ਜਾਵਾਂਗਾ, ਉਹ ਤੁਸੀਂ ਐਟੋਮਿਕ weight ਆਪਣੇ ਲਾਸਟਲੇ ਪੇਜ ਦੇ ਨਾਲ ਕੀ ਹੈ ਨੋਟ ਕਰੀ ਜਾਣਾ, ਇਹ ਬੱਚੇ ਸਭ ਤੋਂ ਵਧੀਆ ਤਰੀਕਾ ਹੁੰਦਾ। ਲਓ ਹੁਣ ਸਾਨੂੰ ਐਟੋਮਿਕ weight ਪਤਾ ਲੱਗ ਜਾਂਦੇ ਹੈਗੇ ਤੇ ਤੁਸੀਂ ਪਲੱਸ ਕੀਤਾ, ਇਹ ਕੀ ਆ ਗਿਆ ਮੋਲਕੂਲਰ weight ਨਾ number of moles of NaOH। अगर NaOH के number of moles लभने तो weight of NaOH in gram over molecular weight। molecular weight of NaOH। तो नंबर ऑफ मोल्स कितने बचे 10, वेट NaOH जो ਸਾਨੂੰ ਚਾਹੀਦਾ अमाउंट ऑफ सॉल्यूट इन ग्राम, सो वेट इन ग्राम, मोलकुलर वेट 40, वेट इन ग्राम कितना आ गया बच्चे so that is weight of solute NaOH कितना आ गया 400 ग्राम। ਲਓ ਜੀ ਇਹ ਸਾਨੂੰ ਬੱਚੇ ਚੀਜ਼ ਚਾਹੀਦੀ ਹੈ ਅਮਾਊਂਟ ਆਫ ਸੋਲਿਊਟ ਇਨ ਗ੍ਰਾਮ ਜਾਂ weight of solute in gram। ਸੋ ਬੱਚੇ ਸਟਰੈਂਥ ਲੱਭਣ ਲਈ ਇਹ ਪਹਿਲੀ ਟਰਮ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ weight of solute ਅਸੀਂ ਲੱਭਦੇ ਨਾ ਵੋਲਿਊਮ ਆਫ ਸੋਲੂਸ਼ਨ। क्यूब और मैंने पहले दसा कि 1 लीटर कितने 700 क्यूब है 1000 ml होता और 1 ml इक्वल टू 1 सेंटीमीटर क्यूब। सो जो सारे को रिलेशन आ गया 1 लीटर इक्वल टू 1000 सेंटीमीटर क्यूब। ਜਿਹੜੀਆਂ ਬੱਚੇ ਦੋ ਯੂਨਿਟਸ ਅਸੀਂ ਰਿਲੇਸ਼ਨ ਲੱਭਣਾ ਉਹ ਤੁਹਾਨੂੰ ਜਿਹੜੀ ਅਸੀਂ ਦੋ ਯੂਨਿਟ ਅਸੀਂ ਕਨਵਰਟ ਕਰਨਾ ਉਹਦਾ ਵਾਲਾ ਰਿਲੇਸ਼ਨ ਆਉਣਾ ਚਾਹੀਦਾ। ਸੋ ਰਿਲੇਸ਼ਨ ਪਤਾ ਲੱਗ ਗਿਆ 1 ਲੀਟਰ ਇਕੁਅਲ ਟੂ 1000 ਸੈਂਟੀਮੀਟਰ ਕਿਊਬ। ਹੁਣ ਬੱਚੇ ਆ ਦੇਖੋ ਦੋਨਾਂ ਚੋਂ ਕਿਹੜਾ ਵੱਡਾ ਨੈਚੁਰਲ ਲੀਟਰ ਵੱਡਾ ਸੈਂਟੀਮੀਟਰ ਕਿਊਬ ਨਾਲ। ਸੋ ਅਗਰ ਬੱਚੇ ਅਸੀਂ ਵੱਡੇ ਤੋਂ ਛੋਟੇ ਯੂਨਿਟ ਵੱਲ ਜਾਣਾ ਤੇ ਮਲਟੀਪਲਾਈ ਕਰਾਂਗੇ, ਅਗਰ ਛੋਟੇ ਤੋਂ ਵੱਡੇ ਯੂਨਿਟ ਵੱਲ ਆਉਣਾ ਤੇ ਡਿਵਾਈਡ ਕਰਾਂਗੇ। ਇੱਥੇ ਬੱਚੇ ਅਸੀਂ ਸੈਂਟੀਮੀਟਰ ਕਿਊਬ ਤੋਂ ਲੀਟਰ ਵੱਲ ਕਨਵਰਟ ਹੋਣਾ, ਸੈਂਟੀਮੀਟਰ ਕਿਊਬ ਛੋਟਾ ਯੂਨਿਟ ਹੈ, छोटे तो बड़े यूनिट वाला सो ਅਸੀਂ ਕਰਾਂਗੇ ਡਿਵਾਈਡ ਇਸ ਤਰ੍ਹਾਂ। ਸੋ ਇਹ ਸਾਡਾ 1/5 ਨਾ
1/5 लीटर ऑफ सोल्यूशन विच कितनी अमाउंट है 400 ग्राम ਅਸੀਂ 1 ਲੀਟਰ ਚ ਲੱਭੀ ਲਓ ਜੀ ਇੱਥੇ ਅਗਰ ਇੱਕ ਆ ਗਿਆ ਤੇ ਇਹ ਟਰਮ ਥੱਲੇ ਆ ਗਿਆ ਜੋ ਮਰਜ਼ੀ ਹੋਵੇ ਸੋ 400 ਹੈ 1/5 ਸੋ ਕਿੰਨਾ ਆ ਗਿਆ ਬੱਚੇ 400 5 by 1 आ गया it is 5 4 20 2000 ग्राम पर ਇਸ ਸਭ ਬੱਚੇ ਕਰਨਾ ਕਦੀ ਬੱਚੇ ਦਾ ਆਨਸਰ ਗਲਤ ਨਹੀਂ ਹੋਣਗੇ ਇੱਕ ਵਧੀਆ ਤਰੀਕੇ ਨਾਲ ਅਸੀਂ ਚੱਲਣਾ ਤਾਂ ਹੀ ਭਾਵੇਂ ਬੱਚੇ ਬਾਅਦ ਲੱਗ ਜਾਏ ਐਂਡ ਦੀ ਕੋਈ ਗੱਲ ਸਾਨੂੰ ਚੀਜ਼ ਪ੍ਰੋਪਰ ਆਉਣੀ ਚਾਹੀਦੀ ਲਓ ਜੀ ਕੋਰਿਸਤਾਨ ਅਮਰੀਕਾ No. 20 moles of glucose is present in 5 liters solution. Find its strength. बच्चे strength level ਲਈ ਸਾਨੂੰ ਦੋ ਚੀਜ਼ਾਂ ਚਾਹੀਦੀਆਂ solution of volume in liters और amount of solute in gram. ਸੋ ਪਹਿਲਾਂ ਤੁਸੀਂ volume of solution ਲਿਖ ਲਓ volume of solution ਜੋ ਵੀ ਬੱਚੇ ਤੁਹਾਨੂੰ ਦਿੱਤਾ ਗਿਆ liters सो वॉल्यूम का काम पूरा हो गया हूँ अगली चाहिए सानू अमाउंट ऑफ सल्यूट इन ग्राम सो ग्लूकोज की अमाउंट चाहिए है ग्राम विच पर बच्चे सानू कितनी दित्ती है मोल्स पर सानू बच्चे बड़ी करने की गल नहीं साडे कोल फार्मूला है नंबर ऑफ मोल्स ऑफ ग्लूकोज के नंबर ऑफ मोल्स कितने बच्चे 20 ਮੋਲੀਕੂਲਰ ਰੇਟ ਆਫ ਗਲੂਕੋਜ਼ ਕਿਉਂਕਿ ਬੱਚੇ ਨੰਬਰ ਆਫ ਮੋਲਸ ਤੋਂ ਗ੍ਰਾਮ ਚ ਕਨਵਰਟ ਕਰਨ ਲਈ ਤੁਹਾਨੂੰ ਮੋਲੀਕੂਲਰ ਰੇਟ ਚਾਹੀਦਾ ਹੀ ਚਾਹੀਦਾ ਸੋ ਉਹ ਤੁਸੀਂ ਪਹਿਲਾਂ ਹੀ ਲੱਭ ਲਓ ਔਰ ਮੋਲੀਕੂਲਰ ਰੇਟ ਲੱਭਣ ਲਈ ਤੁਹਾਨੂੰ ਮੋਲੀਕੂਲ ਦਾ ਫਾਰਮੂਲਾ ਆਉਣਾ ਚਾਹੀਦਾ ਤਾਂ ਬੱਚੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਹਰ ਇੱਕ ਜਿਹੜਾ ਕੰਪਾਊਂਡ ਹੈ ਉਹਦਾ ਪਹਿਲੇ ਜਿਹੜਾ ਫਾਰਮੂਲਾ ਤੁਸੀਂ ਲਾਸਟ ਪੇਜ ਤੇ ਕੀ ਹੈ ਨੋਟ ਕਰੀ ਨਾਮ ਸੋ ਗਲੂਕੋਜ਼ this one 6 into number of atoms no carbon the atom multiply carbon the atom the power 12 plus 12 into hydrogen the atom the power 1 6 into oxygen the atom the power 16 okay ਹੁਣ ਤੁਸੀਂ ਕਾਰਬਨ ਦਾ ਹਾਈਡਰੋਜਨ ਆਕਸੀਜਨ ਦਾ ਤੁਸੀਂ ਲਾਸਟ ਅਮਰੀਕਾ ਚ ਵੀ ਵੇਟ ਲਿਖ ਲਿਆ ਸੀਗਾ ਹੁਣ ਕਾਰਬਨ ਦਾ ਬੱਚੇ ਨੋਟ ਕਰ ਲਓ 12 ਹੁੰਦਾ ਲਾਸਟ ਵੇਟ 72 12 96 logic comes out to be 10 180 आ जाएगा 180 mU logic आ गया molecular weight of glucose now number of moles will be gram over molecular weight नंबर मोल्स कितने बचे ग्लूकोज है 20 80 ग्राम जो सी बच्चे लगना और मोलेकुलर वेट 180 weight of glucose in gram कितना है बच्चे 20 into 180 multiply 0.036 ग्राम लो जी ਸਾਨੂੰ ਵੋਲਿਊਮ ਸੋਲੂਸ਼ਨ ਪਤਾ ਲੱਗ ਗਿਆ ਉਹਦਾ weight ਵੀ ਪਤਾ ਲੱਗ ਗਿਆ ਹੁਣ ਅਸੀਂ ਸਟ੍ਰੈਂਥ ਲੱਭਣੀ ਨਾ 5 ਲੀਟਰ ਕਿੰਨੀ ਅਮਾਉਂਟ ਪ੍ਰੈਜ਼ੈਂਟ ਕਦੀ 600 ग्राम ਅਸੀਂ ਕਿਹੜੀ ਲੱਭਣੀ ਬੱਚੇ 1 ਲੀਟਰ ਚ 5 7s are 35 5 2s are 10 720 ग्राम per liter that's okay
ठीक है बच्चे, आई थिंक तुहानू चंगी तरह गल क्लीयर हो गई है कि सोल्यूशन स्ट्रेंथ ऑफ सोल्यूशन लभण लई सानू सल्यूट का वेट चाहिए इन ग्राम। अगर तुहानू अमाउंट ऑफ सल्यूट या वेट ऑफ सल्यूट ग्राम दिता इट्स ओके, अगर तुहानू मोल्स दिता तो पहले तुसीं उहनू कन्वर्ट करोगे, और कन्वर्ट करने लिए मैं तुहानू फार्मूला दसदा। हुण बच्चे एक बार मैं तुहानू ऑलमोस्ट ओवर ही है। ਹੁਣ ਅਜੇ ਦੇਖੋ ਮੋਸਟਲੀ ਇਹੀ ਗੱਲਾਂ ਕਰ ਲਈਆਂ। ਵੋਲਿਊਮ ਆਫ ਸੋਲੂਸ਼ਨ ਸਾਨੂੰ ਅਗਰ ਲੀਟਰ ਚ ਸੈਂਟੀਮੀਟਰ ਕਿਊਬ ਜਾਂ ਮਿਲੀਲੀਟਰ ਦਿੱਤਾ ਹੋਵੇ ਸਾਨੂੰ ਕਨਵਰਟ ਕਰਨਾ ਆਉਂਦਾ। ਅਗਰ ਸੋਲੂਟ ਦੀ ਅਮਾਊਂਟ ਤੁਹਾਨੂੰ ਡਾਇਰੈਕਟ ਗ੍ਰਾਮ ਦਿੱਤੀ ਹੈ ਇਟਸ ਓਕੇ, ਅਗਰ ਮੋਲ ਚ ਦਿੱਤੀ ਹੈ ਤਾਂ ਅਸੀਂ ਇਹਨੂੰ ਕਨਵਰਟ ਕਰ ਲਾਂਗੇ। ਹੋਰ ਦੇਖੋ ਬੱਚੇ ਮੈਡੀਕਲ ਕਿਸ ਤਰ੍ਹਾਂ ਸੇ ਲਓ ਹੁਣ ਬਸ ਲਾਸਟ ਬੱਚੇ ਜਿਹੜੇ ਤੁਸੀਂ 7 ਮੈਡੀਕਲ ਕੀਤੇ ਆ ਤੁਹਾਨੂੰ ਉਹਦੇ ਚ ਸਟਰੈਂਥ ਪੁੱਛੀ ਗਈ ਹੈ। ਹੁਣ ਐਨ ਮੈਡੀਕਲ ਕੀ ਹੈ ਤੁਹਾਨੂੰ ਸਟਰੈਂਥ ਗਿਵਨ ਹੈ, ਸੋ ਜ਼ਰੂਰੀ ਨਹੀਂ ਹੈ ਤੁਹਾਨੂੰ ਸਟਰੈਂਥ ਪੁੱਛੀ ਜਾਵੇ, ਤੁਹਾਨੂੰ ਸਟਰੈਂਥ ਗਿਵਨ ਹੋ ਸਕਦੀ। ਸੋ ਉਹਦੇ ਵਿੱਚ ਤੁਹਾਨੂੰ ਸਟਰੈਂਥ ਗਿਵਨ। ਹੁਣ ਬੱਚੇ ਜਿਹੜੀ ਚੀਜ਼ ਤੁਹਾਨੂੰ ਗਿਵਨ ਹੈ ਤੁਸੀਂ ਪਹਿਲਾਂ ਇਹ ਲਿਖ ਲੈਣਾ ਕਿ ਉਹਦੇ ਤੋਂ ਤੁਹਾਨੂੰ ਕੀ ਇਨਫੋਰਮੇਸ਼ਨ ਮਿਲਦੀ, ਬਾਕੀ ਮੈਡੀਕਲ ਬਾਅਦ ਦੇਖਾਂਗੇ ਕੀ ਹੈ। ਸੋ ਜਿਹੜੀ ਚੀਜ਼ ਸਾਨੂੰ ਗਿਵਨ ਹੈ ਪਹਿਲੇ ਉਹ ਲਿਖ ਕੇ ਅਸੀਂ ਉਹ ਤੋਂ ਇਨਫੋਰਮੇਸ਼ਨ ਲੱਭਦੀ ਹੈ ਸਾਨੂੰ ਕੀ ਪਤਾ ਲੱਗਦਾ। ਜੇ ਬੱਚੇ सिंस and आप लिख लो strength of solution is 20 ग्राम पर लीटर। अगर सोल्यूशन की स्ट्रेंथ 20 ग्राम पर लीटर है इसका मतलब है कि 1 लीटर ऑफ सोल्यूशन च कितनी अमाउंट प्रेजेंट है 20 ग्राम। इट मींस 20 ग्राम of solute is present in 1 liter of solution। हमें 1 लीटर ऑफ सोल्यूशन कितनी अमाउंट प्रेजेंट है 20 ग्राम। सो हमें सानू की इंफॉर्मेशन मिल गई बच्चे, अमाउंट ऑफ सोल्यूट और वॉल्यूम ऑफ सोल्यूशन। सो इट इंप्लाइज वेट ऑफ सोल्यूट 20 ग्राम, एक है पता लग गया बच्चे। और दूसरी गल वॉल्यूम ऑफ सोल्यूशन 1 लीटर। लो बच्चे जो चीज हम चाहिए समझी चाहिए कि 5 लीटर ऑफ सोल्यूशन कितनी अमाउंट प्रेजेंट है। सो हियर 1 लीटर कितनी अमाउंट प्रेजेंट है 20 ग्राम। ਸਾਨੂੰ ਸਟਰੈਂਥ ਗਿਵਨ ਹੈ 20 ग्राम पर लीटर मींस 1 लीटर 20 ग्राम प्रेजेंट है। ਤੁਹਾਨੂੰ ਪੁੱਛਿਆ ਗਿਆ ਕਿ 5 लीटर ऑफ सोल्यूशन ਚ कितनी अमाउंट प्रेजेंट है। अगर 1 लीटर चाहिए तो 5 लीटर लाना। सो किस तरह बच्चे ਇੱਥੇ अगर 1 है मैं ਤੁਹਾਨੂੰ पहले बच्चे दस चुका यूनिटी मैथड। यूनिटी मैथड ਚ ਆਂਦਾ कि अगर ਇੱਥੇ एक विशेष चीज पता ਤੇ ਜਿਹੜੀ ਵੀ ਉਹ ਚੀਜ਼ ਤੁਹਾਨੂੰ ਦਿੱਤੀ ਗਈ ਹੈ ਉਹਨੂੰ ਸਿੱਧਾ ਮਲਟੀਪਲਾਈ ਕਰੋ, ਕਿਉਂਕਿ ਇੱਕ ਤੋਂ ਵੱਡੀ ਚੀਜ਼ ਹੈ ਤੇ ਮਲਟੀਪਲਾਈ। ਅਗਰ ਉੱਤੇ कोई चीज है ਇੱਥੇ ਇੱਕ ਲਿਖਿਆ ਫਿਰ ਉਹਨੂੰ ਡਿਵਾਈਡ। सो इतने एक पिछले वाली चीज है 5, अगर 5 वास्ते लगनी है एक तो सारे वड्डी है 5 वास्ते लगनी सीधा की है मल्टीप्लाई 20 into 5। मगर एक अगर इतने एक पीछे है इतने जेडी मर्जी टर्म लिखी होवे तुसी मल्टीप्लाई ही करना। सो 20 into 5 100 ग्राम। एक गल और बच्चे ए 100 ग्राम पर लीटर नहीं है, तुसी स्ट्रेंथ नहीं लभ रहे हो, तुसी सिर्फ अमाउंट ऑफ सल्यूट लभदे पे जे इन 5 लीटर ऑफ सोल्यूशन। सो अमाउंट ऑफ सल्यूट लग रहे थे तो सिर्फ 100 ग्राम का आंसर आएगा। मैं 100 ग्राम पर लीटर नहीं लिखना। क्या बच्चे निक्के निक्के गल्लां जो सानू पता होनी चाहिए। सब बच्चे साडा आंसर लो। नेक्स्ट इज strength of solution is 10 ग्राम पर लीटर।
amount of solute present in 200 ml of solution. लो देखो बच्चे मुझे पूछा कि बात नहीं करता अगर तुम स्ट्रेंथ देती गई है तो पहला ਅਸੀਂ ਉਹੀ ਲਾਈਨ ਲੈ ਕੇ ਆਦੀ ਉਹਦੀ ਇਨਫੋਰਮੇਸ਼ਨ ਲਿਖਣੀ ਸਾਨੂੰ ਕੀ ਗਿਵਨ ਸੋ strength of solution is 10 gram per liter since strength of solution is 10 gram per liter it means that 10 gram of solute is present in 1 liter of solution. तो हम मुझे पता लग गया कि 1 लीटर सॉल्यूशन कितनी अमाउंट प्रेजेंट है 10 ग्राम that is 1 liter कितनी अमाउंट प्रेजेंट है 10 ग्राम और सामने पूछा बच्चे कि 200 ml कितनी अमाउंट प्रेजेंट है ਹੁਣ ਯਾਦ ਬੱਚੇ ਤੁਸੀਂ 200 ml ਨੂੰ ਲੀਟਰ ਚ ਕਨਵਰਟ ਕਰੋ ਤੇ ਜਾਂ ਇਹਨੂੰ ml ਚ ਕਨਵਰਟ ਕਰੋ ਜਿਸ ਤਰ੍ਹਾਂ ਮਰਜ਼ੀ ਕਰ ਜ਼ਿਆਦਾ ਵਧੀਆ ਹੁੰਦਾ ਬੱਚੇ ਕਿ ਵੱਡੇ ਤੋਂ ਛੋਟੇ ਯੂਨਿਟ ਵਾਲਾ ਆਉਣਾ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਉੱਥੇ ਮਲਟੀਪਲਾਈ ਹੁੰਦਾ ਮਲਟੀਪਲਾਈ ਡਿਵਾਈਡ ਨਾਲੋਂ ਈਜ਼ੀ ਹੈ ਸੋ 1 ਲੀਟਰ ਦੇ ਵਿੱਚ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ 10 ਗ੍ਰਾਮ 1 ਲੀਟਰ 10 ਗ੍ਰਾਮ ਪ੍ਰੈਜ਼ੈਂਟ ਹੈ ਜਾਂ ਐਸਾ ਕਹਿ ਲਓ 1000 ml 10 ਗ੍ਰਾਮ ਪ੍ਰੈਜ਼ੈਂਟ ਹੈ ਗਲਤ ਕੀ ਹੈ ਕਿਉਂਕਿ 1 ਲੀਟਰ ਇਕੁਅਲ ਟੂ 1000 ml अगर बच्चे 1000 ml 10 ग्राम प्रेजेंट है ਤੁਸੀਂ ਕਿੱਥੇ ਵੇਖਣਾ 200 ml ਕਿੰਨੀ ਅਮਾਉਂਟ ਪ੍ਰੈਜ਼ੈਂਟ ਹੈ ਲੋ ਬੱਚੇ 200 ml ਤੁਸੀਂ ਅਮਾਉਂਟ ਵੇਖਣੀ so 100 ml 10 ग्राम it implies 1000 ml 10 ग्राम ਇੱਕ ਚ ਕਿੰਨਾ ਹੈਗਾ ਲੋ ਬੱਚੇ ਪਹਿਲੇ ਇੱਕ ਪਿੱਛੇ ਲਗਾਓਗੇ ਜਦੋਂ ਇੱਕ ਪਿੱਛੇ ਲੱਗਣੀ ਬੱਚੇ ਐਟਮ ਥੱਲੇ ਹੈ ਤੁਸੀਂ ਕਿੱਥੇ ਲਾਉਣਾ ਬੱਚੇ 200 ml अगर 200 ml ਚ ਲੱਗਣਾ ਤੇ ਅਗਰ ਇੱਥੇ 1 ਹੈ ਇੱਥੇ 2 ਹੈ ਸਿੱਧਾ ਮਲਟੀਪਲਾਈ ਇੰਨੀ ਬੱਚੇ ਅਮਾਉਂਟ ਪ੍ਰੈਜ਼ੈਂਟ ਹੈ 200 ml it is 2 gram ਕੋਈ ਬੱਚਾ ਆਈ ਥਿੰਕ ਔਖੀ ਗੱਲ ਨਹੀਂ ਤੁਸੀਂ ਸਾਰੇ ਕੀ ਹੈ ਬੜੇ ਈਜ਼ੀ ਤਰੀਕੇ ਨਾਲ ਤੁਸੀਂ ਸਾਰੇ ਸਵਾਲ ਕੀ ਹੈ ਕਰ ਸਕਦੇ ਇੱਕ ਹੋਰ ਕਰ ਲੈਣੇ ध्यान ਨਾਲ ਜੇ ਦੱਸ ਸਕਦੇ ਹੋ देख so now say strength of solution since strength of solution is 5 gram per liter it implies 1 liter कितनी अमाउंट है 5 स्ट्रेंथ ऑफ सॉल्यूशन का मतलब बच्चे कि 1 लीटर पिछे कितनी अमाउंट ਤੁਹਾਨੂੰ प्रेजेंट है वो ਤੁਹਾਨੂੰ ਦਿੱਤੀ ਗਈ ਹੈ सो 1 लीटर 5 ग्राम कि 1 लीटर सॉल्यूशन 5 ग्राम प्रेजेंट है बच्चे ध्यान ਨਾਲ देखो ਇੱਥੇ ਵੋਲਿਊਮ ਪੁੱਛਿਆ फाइंड द वॉल्यूम इन लीटर फॉर डिसॉल्विंग 20 ग्राम ऑफ सॉल्यूट ਜਿਹੜੀ ਚੀਜ਼ ਬੱਚੇ ਪੁੱਛੀ ਹੁੰਦੀ ਹੈ ਯੂਨਿਟੀ ਮੈਥਡ ਚ ਇੱਕ ਗੱਲ ਹੈ ਜਿਹੜੀ ਚੀਜ਼ ਪੁੱਛੀ ਹੁੰਦੀ ਹੈ ਉਹ ਜਿਹੜਾ ਸਾਡੇ ਕੋਲ ਸਟੈਂਡਰਡ ਰਿਲੇਸ਼ਨ ਹੈ ਇਹ ਸਾਡੇ ਕੋਲ ਸਟੈਂਡਰਡ ਰਿਲੇਸ਼ਨ ਹੈ 1 ਲੀਟਰ ਇਕੁਅਲ ਟੂ 5 ग्राम ਇਹ ਸਟੈਂਡਰਡ ਰਿਲੇਸ਼ਨ ਚ ਜਿਹੜੀ ਚੀਜ਼ ਪੁੱਛੀ ਗਈ ਹੈ ਤੁਸੀਂ ਕਰਨਾ ਸਟੈਂਡਰਡ ਰਿਲੇਸ਼ਨ ਚ ਉਹਲੀ ਚੀਜ਼ ਰਾਈਟ ਸਾਈਡ ਤੇ ਰੱਖਣੀ ਸੋ 1 ਲੀਟਰ ਦੇ ਵਿੱਚ 5 ਗ੍ਰਾਮ ਹੈ ਜਾਂ ਮੈਂ ਲਿਖ ਸਕਦਾ 5 ਗ੍ਰਾਮ ਕਿਸ ਪ੍ਰੈਜ਼ੈਂਟ ਹੈ 1 ਲੀਟਰ ਚ ਬਾਤ ਇੱਕ ਹੀ ਅਗਰ 1 ਲੀਟਰ 5 ਗ੍ਰਾਮ ਪ੍ਰੈਜ਼ੈਂਟ ਹੈ ਤੇ 5 ਗ੍ਰਾਮ ਕਿਸ ਪ੍ਰੈਜ਼ੈਂਟ ਹੈ 1 ਲੀਟਰ ਚ ਹੁਣ ਮੈਂ ਲੀਟਰ ਉੱਤੇ ਕਿਉਂ ਲਿਖਿਆ ਕਿਉਂਕਿ ਸਾਨੂੰ ਵੋਲਿਊਮ ਪੁੱਛਿਆ ਗਿਆ
ਜਿਹੜੀ ਚੀਜ਼ ਤੁਹਾਨੂੰ ਪੁੱਛੀ ਗਈ ਹੁੰਦੀ ਆ ਉਹਨੂੰ ਰਾਈਟ ਸਾਈਡ ਤੇ ਲਿਖਣਾ ਹੁੰਦਾ, ਇਹ ਗੱਲ ਦਾ ਧਿਆਨ ਰੱਖਿਓ। ਸੋ 5 ਗ੍ਰਾਮ 'ਚ 1 ਲੀਟਰ, ਮਤਲਬ 5 ਗ੍ਰਾਮ ਨੂੰ ਡਿਜ਼ੋਲਵ ਕਰਨ ਲਈ 1 ਲੀਟਰ ਚਾਹੀਦਾ, ਤੇ 20 ਗ੍ਰਾਮ ਨੂੰ ਡਿਜ਼ੋਲਵ ਕਰਨ ਲਈ ਕਿੰਨੇ ਲੀਟਰ ਚਾਹੀਦਾ? ਸੋ 5 ਗ੍ਰਾਮ ਨੂੰ ਕਰਨ ਲਈ 1 ਲੀਟਰ, ਪਹਿਲੇ ਇੱਕ ਪਿੱਛੇ ਲਵਾਂਗੇ, ਇੱਕ ਪਿੱਛੇ ਕੀ ਆ ਜਾਏਗਾ 1/5 ਕਿ ਜੇ ਆਪਣਾ 20 ਗ੍ਰਾਮ ਉਸ ਸੋਲੂਟ ਵਾਸਤੇ ਕਿੰਨਾ ਸੋਲੂਸ਼ਨ ਦਾ ਵੋਲਿਊਮ ਚਾਹੀਦਾ? ਸੋ 20 ਗ੍ਰਾਮ ਵਾਸਤੇ ਅਗਰ ਅਸੀਂ ਲਿਖਣਾ ਕੀ ਕਰੋ ਲਓ ਨਾ 4 ਲਓ ਐਸਾ 20 ਗ੍ਰਾਮ ਉਸ ਸੋਲੂਟ ਨੂੰ ਡਿਜ਼ੋਲਵ ਕਰਨ ਲਈ ਸਾਨੂੰ 4 ਲੀਟਰ ਚਾਹੀਦੇ। ਸੋ ਇਹ ਬੱਚੇ ਸਾਡੇ ਆਲਮੋਸਟ ਨੂਮੈਰੀਕਲ ਓਵਰ ਹੈ ਸਟੈਂਡ ਦੇ। ਬਾਕੀ ਬੱਚੇ ਨੂਮੈਰੀਕਲਸ ਮੈਂ ਆਪਣੀ ਅਸਾਈਨਮੈਂਟ ਦੇ ਦਿੰਦੇ ਹਾਂ, ਹੁਣ ਤੁਸੀਂ ਟਰਾਈ ਕਰੋ। ਬਹੁਤ ਵਧੀਆ ਤਰੀਕੇ ਨਾਲ ਬੱਚੇ ਮੈਂ ਤੁਹਾਨੂੰ ਦੱਸਿਆ, ਤੁਸੀਂ ਬਹੁਤ ਹੀ ਆਰਾਮ ਨਾਲ ਇਹ ਚੀਜ਼ ਸਾਰੀ ਪੜ੍ਹਨੀ ਹੈ, ਮੈਂ ਕੋਈ ਕਾਹਲੀ ਨਹੀਂ ਕੀਤੀ। ਅਗਰ ਬੱਚੇ ਤੁਹਾਨੂੰ ਸਟਰੈਂਥ ਆ ਗਈ ਤੇ ਸਮਝ ਲਓ ਮੋਲੈਰਿਟੀ ਨੂਮੈਰਿਟੀ ਵੀ ਤੁਹਾਨੂੰ ਆ ਜਾਏਗੀ। ਸੋ ਪਹਿਲਾਂ ਸਟਰੈਂਥ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੇ, ਨੂਮੈਰੀਕਲ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਉਣੇ ਚਾਹੀਦੇ। ਨੈਕਸਟ ਮੈਂ ਜਲਦੀ ਰਹਿ ਗਿਆ ਟਰਾਈ ਕਰੋ।